ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀਤੋ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਣਾ। ਸੰਮਤ 1730 ਚੜ੍ਹ ਗਿਆ। ਵਿਸਾਖੀ ਦੇ ਮੇਲੇ ਉੱਤੇ ਇਸ ਵਾਰੀ ਖਾਸ ਰੌਣਕਾਂ ਹੋਈਆਂ। ਸਾਹਿਬਜ਼ਾਦੇ ਦੇ ਦਰਸ਼ਨਾਂ ਦੀ ਤਾਂਘ ਨਾਲ ਸੰਗਤਾਂ ਵਿਸ਼ੇਸ਼ ਤੌਰ 'ਤੇ ਪੁੱਜੀਆਂ ਸਨ। ਲਾਹੌਰ ਸ਼ਹਿਰ ਦੀ ਸੰਗਤ ਵਿੱਚ ਹਰਜਸ ਨਾਮ ਦਾ ਖੱਤਰੀ ਵੀ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਪੁੱਜਾ ਸੀ। ਉਸ ਨੇ ਸਾਹਿਬਜ਼ਾਦੇ ਦੇ ਅਰਪਣ ਆਪਣੀ ਸਪੁੱਤਰੀ ਜੀਤੋ ਨੂੰ ਕਰਨ ਦਾ ਮਨ ਬਣਾਇਆ ਅਤੇ ਕੁਝ ਮੁਖੀ ਸਿੱਖਾਂ ਦੀ ਸਲਾਹ ਨਾਲ ਉਸ ਨੇ ਭਰੇ ਦੀਵਾਨ ਵਿੱਚ ਸਗਨ ਦਸ਼ਮੇਸ਼ ਬਾਲਕ ਦੀ ਝੋਲੀ ਪਾ ਦਿੱਤਾ। ਉਸ ਨੇ 15 ਜੇਠ ਦਾ ਸਾਹਾ ਸੁਦਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੇਰੀ ਰੀਝ ਹੈ ਕਿ ਜੰਝ ਲੈ ਕੇ ਤੁਸੀਂ ਲਾਹੌਰ ਆਓ। ਸਾਰਾ ਸ਼ਹਿਰ ਤੁਹਾਡੇ ਤੇ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਵੇ। ਸਿੱਖਾ, ਇਸ ਸਮੇਂ ਸਾਨੂੰ ਅਨੰਦਪੁਰ ਤੋਂ ਬਾਹਰ ਜਾਣਾ ਠੀਕ ਨਹੀਂ ਜਾਪਦਾ, ਪਰ ਹਾਂ, ਤੇਰਾ ਸੰਕਲਪ ਵੀ ਪੂਰਾ ਹੋ ਜਾਵੇਗਾ। ਅਸੀਂ ਇੱਥੇ ਹੀ ਲਾਹੌਰ ਵਸਾ ਦਿਆਂਗੇ। ਸਿੱਖ ਹੈਰਾਨ ਹੋ ਗਿਆ, ਪਰ ਗੁਰੂ ਜੀ ਦੇ ਬਚਨਾਂ ਨੂੰ ਪਾਲਣ ਲਈ ਉਸ ਸਮੇਂ ਲਾਹੌਰ ਚਲਾ ਗਿਆ। ਗੁਰੂ ਜੀ ਨੇ ਕਿਹਾ ਸੀ, ਜੋ ਕੁਝ ਤੇਰੇ ਦਰਕਾਰ ਹੋਵੇ ਉਹ ਲੈ ਆ, ਬਾਕੀ ਸਭ ਕੁਝ ਇੱਥੇ ਤਿਆਰ ਹੋ ਜਾਵੇਗਾ। ਤੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ। ਉਸ ਦੇ ਜਾਣ ਮਗਰੋਂ ਗੁਰੂ ਜੀ ਨੇ ਅਨੰਦਪੁਰ ਤੋਂ 7-8 ਮੀਲ ਦੇ ਫਾਸਲੇ 'ਤੇ ਨੈਣਾ ਦੇਵੀ ਦੇ ਪਰਬਤ ਦੇ ਪੈਰਾਂ ਵਿੱਚ ਲਾਹੌਰ ਰਚ ਦਿੱਤਾ। 2-3 ਬਾਜ਼ਾਰ ਬਣਾ ਦਿੱਤੇ। ਉੱਥੋਂ ਦੇ ਲੋਕਾਂ ਤੇ ਕੁਝ ਸਿੱਖਾਂ ਨੂੰ ਉੱਥੇ ਆਬਾਦ ਕਰ ਦਿੱਤਾ। ਕੁਝ ਦਿਨਾਂ ਮਗਰੋਂ ਹਰਜਸ ਆਪਣੇ ਪਰਿਵਾਰ ਤੇ ਬਹੁਤ ਸਾਰੇ ਸੰਤ ਸੰਬੰਧੀਆਂ ਸਮੇਤ ਅਨੰਦਪੁਰ ਪੁੱਜਾ ਤਾਂ ਗੁਰੂ ਜੀ ਨੇ ਉਸ ਨੂੰ ਗੁਰੂ ਕੇ ਲਾਹੌਰ ਵਿੱਚ ਇੱਕ ਸੁੰਦਰ ਮਕਾਨ ਬਣਵਾ ਦਿੱਤਾ ਅਤੇ ਉੱਥੇ ਹੀ ਉਸ ਨੇ ਵਿਆਹ ਲਈ ਸਭ ਕੁਝ ਤਿਆਰੀ ਕੀਤੀ। ਵਿਆਹ ਦੇ ਨੇੜੇ ਕਈ ਤੰਬੂ ਕਨਾਤਾਂ ਲੱਗ ਗਏ। ਹਜ਼ਾਰਾਂ ਸੰਗਤਾਂ ਦੀ ਭੀੜ ਭਾੜ ਅਨੰਦਪੁਰ ਵਿੱਚ ਤੇ ਉੱਧਰ ਗੁਰੂ ਕੇ ਲਾਹੌਰ ਦੋਹੀਂ ਪਾਸੀਂ ਹੋ ਗਈ। ਮਾਤਾ ਨਾਨਕੀ ਜੀ ਨੂੰ ਆਪਣੇ ਪੋਤਰੇ ਦੇ ਵਿਆਹ ਦਾ ਬੜਾ ਹੀ ਚਾਅ ਸੀ। ਉਹਨਾਂ ਨੇ ਮਾਤਾ ਜੀਤੋ ਜੀ ਨੂੰ ਵੇਖ ਕੇ ਡਾਢਾ ਹੀ ਪਿਆਰ ਕੀਤਾ ਅਤੇ ਆਪਣੇ ਪੋਤਰੇ ਦੇ ਬਿਲਕੁਲ ਲਾਇਕ ਸਮਝਿਆ ਸੀ। ਇਸ ਲਈ ਗੁਰੂ ਘਰ ਵੱਲੋਂ ਮਾਤਾ ਨਾਨਕੀ ਜੀ ਹੀ ਸਭ ਕੁਝ ਕਰਾ ਰਹੇ ਸਨ। ਮਾਤਾ ਜੀ ਦੇ ਕਹੇ 'ਤੇ ਗੁਰੂ ਜੀ ਨੇ ਇਲਾਕਿਆਂ ਦੇ ਮਸੰਦਾਂ ਨੂੰ ਸ਼ਾਦੀ 'ਤੇ ਪੁੱਜਣ ਲਈ ਉਚੇਚੇ ਹੁਕਮਨਾਮੇ ਭਿਜਵਾਏ ਅਤੇ ਬੇਦੀ, ਤਰੇਹਣ, ਭੱਲੇ ਤੇ ਸੋਢੀ ਚਾਰੇ ਵੰਸ਼ਾਂ ਦੇ ਮੁਖੀਆਂ ਨੂੰ ਵੀ ਸੱਦੇ ਭੇਜੇ। ਗੱਡਿਆਂ ਦੇ ਗੱਡੇ ਸਮਾਨ ਮੰਗਵਾਇਆ ਗਿਆ ਅਤੇ ਕੁਝ ਪ੍ਰੇਮੀ ਸਿੱਖ ਵੀ ਆਪ ਤੋਂ ਆਪ ਹੀ ਲਈ ਆ ਰਹੇ ਸਨ। ਇਸ ਤਰ੍ਹਾਂ ਵਿਆਹ ਦਾ ਸਮਾਂ ਇੱਕ ਵੱਡੇ ਮੇਲੇ ਵਰਗਾ ਹੋ ਗਿਆ। ਪੂਰੀ ਤਿਆਰੀ ਵੇਖ ਕੇ ਹਰਜਸ ਖੱਤਰੀ ਨੂੰ ਵੀ ਚਾਉ ਚੜ੍ਹ ਗਏ। ਸਰਬ ਪਦਾਰਥਾਂ ਦੇ ਦਾਤੇ ਤੇ ਕਾਮਨਾ ਦੇ ਪੂਰਨ ਕਰਨਹਾਰ ਗੁਰੂ ਪੁੱਤਰ ਉਸ ਦੇ ਘਰ ਆ ਰਹੇ ਸਨ। ਉਸ ਨੇ ਗੁਰੂ ਕੇ ਲਾਹੌਰ ਦੀ ਰਚਨਾ ਤੇ ਉੱਥੋਂ ਦੀਆਂ ਰੌਣਕਾਂ ਵੇਖੀਆਂ ਤਾਂ ਉਸ ਦਾ ਮਨ ਪ੍ਰਸੰਨ ਹੋ ਗਿਆ। ਉਸ ਦੇ ਪਰਿਵਾਰ ਨਾਲ ਹੋਰ ਸੰਗਤ ਦੀਆਂ ਇਸਤਰੀਆਂ ਨੇ ਮਿਲ ਕੇ ਇਸ ਸਮੇਂ ਖੁਸ਼ੀਆਂ ਦੇ ਮੰਗਲ ਗਾਏ। ਗੁਰੂ ਕੇ ਲਾਹੌਰ ਦੇ ਬਾਜ਼ਾਰਾਂ ਵਿੱਚ ਜੰਝ ਆਉਣ ਤੋਂ ਪਹਿਲਾਂ ਅਤਰ ਤੇ ਹੋਰ ਮਹਿਕਦਾਰ ਵਸਤਾਂ ਨੂੰ ਛਿੜਕਾ ਦਿੱਤਾ ਗਿਆ ਤੇ ਸਭ ਪਾਸੇ ਮਹਿਕਾਂ ਭਿੰਨੀ ਹਵਾ ਚੱਲ ਗਈ। ਸੋ ਇਸ ਤਰ੍ਹਾਂ ਦੇ ਸੱਜੇ ਤੇ ਮਹਿਕ ਭਿੰਨੇ ਗੁਰੂ ਕੇ ਲਾਹੌਰ ਦੇ ਵਿੱਚ ਵਾਜਿਆਂ ਗਾਜਿਆਂ ਨਾਲ ਕਲਗੀਧਰ ਜੀ ਦੀ ਜੰਝ ਅਨੰਦਪੁਰੋਂ ਪੁੱਜੀ। ਅੱਗੇ ਗਲੀ ਗਲੀ ਵਿੱਚ ਇਸਤਰੀਆਂ ਖੁਸ਼ੀਆਂ ਦੇ ਗੀਤ ਗਾਉਂਦੀਆਂ ਜੰਝ ਦੇ ਸਵਾਗਤ ਲਈ ਖੜ੍ਹੀਆਂ ਸਨ। ਜੰਝ ਵਿੱਚ ਗੁਰੂ ਕੁਲਾਂ ਦੇ ਸਾਹਿਬਜ਼ਾਦੇ ਸੂਰਜ ਮੱਲ ਦੇ ਪੋਤਰੇ ਤੇ ਬੀਬੀ ਵੀਰੋ ਦੇ ਪੁੱਤਰ ਸੂਰਬੀਰਾਂ ਵਾਲੇ ਵੇਸ ਵਿੱਚ ਸਨ ਤੇ ਸਾਹਿਬਜ਼ਾਦਾ ਜੀ ਦੇ ਨਾਲ ਅੱਗੇ ਪਿੱਛੇ ਵੱਡੀ ਸ਼ੋਭਾ ਪਾ ਰਹੇ ਸਨ। ਫਿਰ ਢੁੱਕਾ ਹੋ ਕੇ ਸਵੇਰੇ ਬੜੀ ਧੂਮ-ਧਾਮ ਨਾਲ ਵਿਆਹ ਹੋਇਆ। ਇਹ ਗੁਰੂ ਜੀ ਦਾ ਪਹਿਲਾ ਵਿਆਹ ਸੀ ਜੋ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮੌਜੂਦਗੀ ਵਿੱਚ ਕੀਤਾ, ਪਰ ਕਿਸੇ ਨੂੰ ਕੀ ਪਤਾ ਸੀ ਕਿ ਸਿਵਾਏ ਅੰਤਰਜਾਮੀ ਗੁਰੂ ਜੀ ਤੋਂ ਹੋਰ ਕੌਣ ਜਾਣ ਸਕਦਾ ਸੀ ਕਿ ਹੁਣ ਅੱਗੋਂ ਕੀ ਹੋਣਾ ਹੈ। ਹਿੰਦੂਆਂ ਉੱਤੇ ਜ਼ਬਰ ਦੀ ਹਨੇਰੀ। ਇਹ ਉਹ ਸਮਾਂ ਸੀ ਜਦੋਂ ਔਰੰਗਜ਼ੇਬ ਦੇ ਜ਼ਬਰ ਦਾ ਚੱਕਰ ਪੂਰੇ ਜੋਬਨ 'ਤੇ ਚੱਲਣ ਲੱਗ ਪਿਆ ਸੀ। ਉਸ ਨੇ ਹਿੰਦੂਆਂ ਨੂੰ ਤਲਵਾਰ 'ਤੇ ਜ਼ੋਰ ਦੀਨ ਇਸਲਾਮ ਕਬੂਲ ਕਰਾਉਣ ਦਾ ਤਹੱਈਆ ਕਰ ਲਿਆ ਸੀ। ਉਸ ਨੇ ਕਾਜ਼ੀਆਂ, ਮੁੱਲਾਂ ਤੇ ਮੁਲਾਣਿਆਂ ਨੂੰ ਹਿੰਦੂਆਂ 'ਤੇ ਜ਼ਬਰ ਕਰਨ ਦੀ ਖੁੱਲ੍ਹ ਦੇ ਦਿੱਤੀ ਸੀ ਤੇ ਫਿਰ ਉਸ ਤੋਂ ਵੱਧ ਤਰਥੱਲੀ ਤਾਂ
ਉਸ ਵੇਲੇ ਮੱਚੀ, ਜਦ ਔਰੰਗਜ਼ੇਬ ਨੇ ਇਹੀ ਹੁਕਮ ਵੇਲੇ ਦੇ ਸੂਬੇਦਾਰਾਂ ਨੂੰ ਵੀ ਭੇਜ ਦਿੱਤੇ। ਪੰਜਾਬ ਤੇ ਕਸ਼ਮੀਰ ਵਿੱਚ ਇਸ ਜ਼ੁਲਮ ਚੱਕਰ ਦਾ ਝੱਖੜ ਹੀ ਝੁੱਲ ਪਿਆ। ਕਸ਼ਮੀਰ ਨੂੰ ਸਵਰਗ ਦੀ ਤਸ਼ਬੀਹ ਦਿੱਤੀ ਜਾਂਦੀ ਸੀ ਤੇ ਇਸੇ ਤਰ੍ਹਾਂ ਇੱਥੋਂ ਦੇ ਰਹਿਣ ਵਾਲਿਆਂ ਨੂੰ ਵੀ ਦਿਮਾਗੀ ਤੌਰ 'ਤੇ ਉੱਚੀ ਅਕਲ ਵਾਲੇ ਸਮਝਿਆ ਜਾਂਦਾ ਸੀ। ਜੋ ਕਸ਼ਮੀਰ ਬਾਰੇ ਔਰੰਗਜ਼ੇਬ ਨੇ ਉਚੇਚਾ ਫਰਮਾਨ ਜਾਰੀ ਕਰ ਦਿੱਤਾ ਕਿ ਇੱਥੋਂ ਦੇ ਜਹੀਨ ਵਿਦਵਾਨ ਪੰਡਿਤ ਲੋਕਾਂ ਨੂੰ ਫੌਰਨ ਇਸਲਾਮ ਧਰਮ ਵਿੱਚ ਲੈ ਆਉਣ ਦਾ ਯਤਨ ਕੀਤਾ ਜਾਵੇ ਜਾਂ ਤਲਵਾਰ ਦੇ ਘਾਟ ਉਤਾਰ ਦਿੱਤਾ ਜਾਵੇ। ਉਸ ਸਮੇਂ ਦੀ ਪਰੰਪਰਾ ਅਨੁਸਾਰ ਇਹ ਗੱਲ ਆਮ ਮਸ਼ਹੂਰ ਹੋ ਗਈ ਸੀ ਕਿ ਔਰੰਗਜ਼ੇਬ ਰੋਜ਼ ਹੀ ਸਵਾ ਮਣ ਜੰਝੂ ਲੁਹਾ ਕੇ ਰੋਟੀ ਖਾਂਦਾ ਸੀ। ਔਰੰਗਜ਼ੇਬ ਦੀ ਇਸ ਸਖਤੀ ਦਾ ਟਾਕਰਾ ਨੀਚ ਤੇ ਦੁਰਕਾਰੀਆਂ ਹੋਈਆਂ ਜਾਤਾਂ ਨੇ ਕੀ ਕਰਨਾ ਸੀ। ਉਹੀ ਨੀਚ ਤੇ ਸ਼ੂਦਰ ਕਹਿ ਦੁਰਕਾਰੇ ਜਾਣ ਵਾਲੇ ਲੋਕ ਹੀ ਤਾਂ ਚਟਪਟ ਮੁਸਲਮਾਨ ਬਣ ਕੇ ਉਹਨਾਂ ਨੂੰ ਦੁਰਕਾਰਨ ਵਾਲੇ ਉਹ ਜਾਤੀ ਦੇ ਹਿੰਦੂ ਲੋਕਾਂ ਨੂੰ ਅੱਖਾਂ ਦਿਖਾਉਣ ਲੱਗ ਪਏ ਸਨ। ਉੱਚ ਜਾਤੀ ਦੇ ਗੁਮਾਨੀ ਹਿੰਦੂ ਲੋਕਾਂ ਨੂੰ ਇਸ ਸਮੇਂ ਇੱਕਦਮ ਹੀ ਇੰਨੀ ਵੱਡੀ ਮੁਸੀਬਤ ਆ ਜਾਣ ਦਾ ਇੱਕ ਇਹ ਵੀ ਵੱਡਾ ਕਾਰਨ ਸੀ। ਦੂਜਾ, ਆਮ ਹਿੰਦੂ ਜਨਤਾ ਸਭ ਕੁਝ ਈਸ਼ਵਰ ਦਾ ਭਾਣਾ ਕਹਿ ਕੇ ਜਰਦੀ ਜਾ ਰਹੀ ਸੀ। ਖਾਸ ਕਰਕੇ ਕਸ਼ਮੀਰ ਦੇ ਹਾਕਮ ਦੀ ਸਖਤੀ ਨੇ ਇਸ ਸਮੇਂ ਬਹੁਤ ਵੱਡਾ ਕੰਮ ਕੀਤਾ। ਅੱਧੇ ਤੋਂ ਵੱਧ ਹਿੰਦੂ ਕਸ਼ਮੀਰ ਵਿੱਚ ਝੱਟ ਹੀ ਮੁਸਲਮਾਨ ਬਣ ਗਏ। ਕੁਝ ਨੱਸ ਗਏ, ਕੁਝ ਮਾਰੇ ਗਏ। ਹੁਣ ਉਹਨਾਂ ਦੀ ਬਾਕੀ ਵੱਡੇ ਵੱਡੇ ਪੰਡਤਾਂ ਵੱਲ ਅੱਖ ਹੋ ਗਈ। ਉਹ ਲੋਕ ਸਨ ਜੋ ਮਲੇਸ਼ ਕਹਿ ਕੇ ਮੁਸਲਮਾਨ ਦੇ ਪਰਛਾਵੇਂ ਤੋਂ ਵੀ ਡਰਦੇ ਸਨ। ਹੁਣ ਅਜਿਹੇ ਲੋਕ ਮੁਸਲਮਾਨ ਇੱਕਦਮ ਕਿਵੇਂ ਬਣ ਜਾਂਦੇ। ਸੋ ਝੱਟ ਨਾ ਨੁੱਕਰ ਕਰਨ ਵਾਲੇ ਪੰਡਤਾਂ ਦੀ ਕਤਲੇਆਮ ਹੋਣ ਲੱਗ ਪਈ। ਵੱਡੇ ਵੱਡੇ ਪੰਡਤ ਇਕੱਠੇ ਹੋਏ ਤੇ ਉਹਨਾਂ ਨੇ ਸੂਬੇ ਨੂੰ ਮਿਲ ਕੇ ਕੁਝ ਦਿਨਾਂ ਦੀ ਮੋਹਲਤ ਮੰਗੀ ਤਾਂ ਬਾਕੀ ਪੰਡਤਾਂ ਨੂੰ ਕਤਲ ਹੋਣ ਤੋਂ ਮਸਾਂ ਬਚਣ ਦਾ ਮੌਕਾ ਮਿਲਿਆ। ਪਰ ਨਾਲ ਹੀ ਇਹ ਧਮਕੀ ਵੀ ਉਹਨਾਂ ਨੂੰ ਦਿੱਤੀ ਗਈ ਸੀ ਕਿ ਮੋਹਲਤ ਮੁੱਕ ਜਾਣ 'ਤੇ ਜੇ ਚੁੱਪ ਕੀਤੇ ਹੀ ਤੁਸਾਂ ਕਲਮਾ ਨਾ ਪੜ੍ਹਿਆ ਤਾਂ ਤੁਹਾਡਾ ਬਾਲ ਬੱਚਾ ਕਤਲ ਕਰ ਦਿੱਤਾ ਜਾਏਗਾ, ਭਾਵ ਪਰਿਵਾਰਾਂ ਸਮੇਤ ਹੀ ਮਾਰ ਦਿੱਤੇ ਜਾਓਗੇ। ਮੋਹਲਤ ਕਿੰਨੀ ਸੀ ਇਸ ਬਾਰੇ ਸਹੀ ਨਤੀਜਾ ਸਾਹਮਣੇ ਨਹੀਂ, ਪਰ ਖਿਆਲ ਹੈ ਕਿ ਘੱਟ ਤੋਂ ਘੱਟ 6 ਮਹੀਨੇ ਦੀ ਮੋਹਲਤ ਮੰਗੀ ਗਈ ਹੋਵੇਗੀ। ਪਹਿਲੇ ਤਾਂ ਪੰਡਿਤ ਲੋਕਾਂ ਨੇ ਘਰ ਵਿੱਚ ਹੀ ਵੇਦਾਂ ਤੇ ਮੰਤਰਾਂ ਦਾ ਉਚਾਰਨ ਕਰਕੇ ਦੇਵਤਿਆਂ ਦੀ ਪੂਜਾ ਕੀਤੀ। ਪਰ ਜਦ ਇਸ ਤਰ੍ਹਾਂ ਕਿੰਨੇ ਦਿਨ ਕੁਝ ਨਾ ਬਣਦਾ ਵੇਖਿਆ ਤਾਂ ਵੱਡੇ ਵੱਡੇ ਮਹਾਨ ਤੇ ਵਿਦਵਾਨ ਪੰਡਤਾਂ ਨੇ ਕਿਹਾ, ਚਲੋ ਅਮਰਨਾਥ ਦੇ ਮੰਦਰ ਉੱਪਰ ਪਹਾੜਾਂ ਦੀ ਇਕਾਂਤ ਵਿੱਚ ਚਲੀਏ, ਉੱਥੇ ਅੰਨ ਜਲ ਤਿਆਗ ਕੇ ਪ੍ਰਭੂ ਦੀ ਆਰਾਧਨਾ ਕਰੀਏ, ਪ੍ਰਭੂ ਅੱਗੇ ਪੁਕਾਰ ਕਰੀਏ ਕਿ ਕੀ ਇਸ ਯਵਨਾਂ ਦੇ ਘੋਰ ਅਤਿਆਚਾਰਾਂ ਤੋਂ ਇਸ ਸਮੇਂ ਸਾਡੀ ਰੱਖਿਆ ਨਹੀਂ ਕਰੋਗੇ। ਸਤਯੁਗ ਵਿੱਚ ਹਰਨਾਕਸ਼ ਨੂੰ ਮਾਰ ਕੇ ਧਰਮ ਦੀ ਰੱਖਿਆ ਕੀਤੀ ਤੇ ਇਸੇ ਤਰ੍ਹਾਂ ਹੀ ਬਾਕੀ ਯੁੱਗਾਂ ਵਿੱਚ ਵੀ ਜਦੋਂ ਵੀ ਧਰਮ ਦੀ ਹਾਨੀ ਹੋਣ ਲੱਗੀ, ਹੇ ਪ੍ਰਭੂ ਜੀਓ, ਤੁਸੀਂ ਹਮੇਸ਼ਾ ਸੱਚੇ ਧਰਮ ਦੀ ਰੱਖਿਆ ਕਰਦੇ ਆਏ ਹੋ, ਪਰ ਹੁਣ ਤਾਂ ਹੱਦ ਹੋ ਗਈ ਹੈ। ਯਵਨਾਂ ਨੇ ਹੇ ਪ੍ਰਭੂ ਤੇਰੇ ਨਾਮ ਨੂੰ ਹੀ ਬਦਲ ਦਿੱਤਾ ਹੈ। ਉਹ ਤੈਨੂੰ ਖੁਦਾ ਤੇ ਅੱਲਾ ਦੇ ਨਾਵਾਂ ਨਾਲ ਯਾਦ ਕਰਦੇ ਹਨ। ਜ਼ੋਰ ਜ਼ੁਲਮ ਤਾਂ ਅੱਗੇ ਵੀ ਹੁੰਦੇ ਆਏ ਹਨ, ਪਰ ਇਤਨਾ ਘੋਰ ਅਨਿਆਏ ਕਦੇ ਨਹੀਂ ਹੋਇਆ। ਇਹ ਲੋਕ ਜਬਰਨ ਸੁਣਤਾਂ ਕਰਦੇ ਹਨ, ਮੂੰਹ ਵਿੱਚ ਗਊ ਦਾ ਮਾਸ ਪਾਉਂਦੇ ਹਨ ਤੇ ਕਲਮਾ ਪੜ੍ਹਾਉਣ ਲਈ ਫਿਰ ਮਾਰ ਕੁਟਾਈ ਵੀ ਕਰਦੇ ਹਨ। ਇੰਨੀ ਸਖਤੀ ਨੂੰ ਅਵਲ ਤਾਂ ਝੱਲਦਾ ਹੀ ਕੋਈ ਨਹੀਂ, ਪਰ ਜੇ ਕੋਈ ਐਸਾ ਸਿਰੜੀ ਦੇਖਦੇ ਸਨ ਤਾਂ ਉਸ ਵੇਲੇ ਤਲਵਾਰ ਮਾਰ ਕੇ ਟੋਟੇ ਕਰ ਦਿੰਦੇ ਸਨ। ਹੇ ਪ੍ਰਭੂ, ਇਸ ਸਮੇਂ ਕੋਈ ਸਹਾਰਾ ਨਹੀਂ। ਤੇਰੇ ਪੈਦਾ ਕੀਤੇ ਦੇਵੀ ਦੇਵਤੇ ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਹਾਂ, ਇਹ ਵੀ ਪ੍ਰਗਟ ਹੋ ਕੇ ਸਾਡੀ ਸਹਾਇਤਾ ਨਹੀਂ ਕਰਦੇ। ਸੋ ਇਹੋ ਜਿਹੀਆਂ ਗੱਲਾਂ ਸੋਚਦੇ ਵੱਡੇ ਵੱਡੇ ਪੰਡਤਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਤੇ ਇਹੋ ਜਿਹੀਆਂ ਪ੍ਰਾਰਥਨਾਵਾਂ ਕਰਨ ਲਈ ਹਰ ਇੱਕ ਨੂੰ ਆਖ ਰਹੇ ਸਨ ਕਿ ਸ਼ਾਇਦ ਉਹ ਪ੍ਰਭੂ ਸਾਡੇ ਵਿੱਚੋਂ ਕਿਸੇ ਦੀ ਹੀ ਸੁਣ ਲਵੇ। ਸੋ ਗਰਮੀਆਂ ਦੇ ਦਿਨਾਂ ਵਿੱਚ ਇਹ ਪੰਡਿਤ ਲੋਕ ਇਕੱਠੇ ਹੋ ਕੇ ਪੈਦਲ ਤੁਰਦੇ ਤੇ ਪਹਾੜੀ ਰਸਤੇ ਨੂੰ ਲੰਘਦੇ ਉੱਪਰ ਪਹਾੜ ਦੀ ਚੋਟੀ 'ਤੇ ਪੁੱਜੇ, ਜਿੱਥੇ ਅਮਰਨਾਥ ਦਾ ਮੰਦਰ ਹੈ। ਇੱਕ ਗੁਫਾ ਜਿਹੀ ਵਿੱਚ ਸੀ। ਪੰਡਿਤ ਗੁਫਾ ਵਿੱਚ ਦਾਖਲ ਹੋ ਗਏ ਤੇ ਮੰਦਰ ਵਿੱਚ ਪੁੱਜੇ। ਇਹ ਮੰਦਰ ਸ਼ਿਵ ਜੀ ਦਾ ਹੈ ਤੇ ਇੱਥੇ ਇਕਾਂਤ ਵਿੱਚ ਬੈਠ ਕੇ ਸ਼ਿਵ ਜੀ ਨੇ
ਅਮਰ ਕਥਾ ਪਾਰਵਤੀ ਨੂੰ ਸੁਣਾਈ ਸੀ, ਜਿਸ ਕਰਕੇ ਇਸ ਮੰਦਰ ਦਾ ਨਾਮ ਹੀ ਅਮਰਨਾਥ ਦਾ ਮੰਦਰ ਪੈ ਗਿਆ ਸੀ। ਪੰਡਤਾਂ ਨੇ ਜਾ ਕੇ ਹੀ ਵੇਦਾਂ ਦੀਆਂ ਰਿਚਾਂ ਗਾਈਆਂ। ਕੁਝ ਹੋਮ ਦੀ ਸਮੱਗਰੀ ਵੀ ਜੋ ਨਾਲ ਲੈ ਆ ਗਏ ਸਨ, ਉਸ ਨਾਲ ਹੋਮ ਵੀ ਕੀਤਾ ਤੇ ਫਿਰ ਇਹ ਪ੍ਰਣ ਕਰਕੇ ਮੰਦਰ ਵਿੱਚ ਮੂਰਤੀ ਦੇ ਸਾਹਮਣੇ ਬੈਠ ਗਏ ਕਿ ਜਾਂ ਤਾਂ ਇੱਥੇ ਹੀ ਮਰਾਂਗੇ ਜਾਂ ਪ੍ਰਭੂ ਦੀ ਮਦਦ ਪ੍ਰਾਪਤ ਕਰਾਂਗੇ। ਕਹਿੰਦੇ ਹਨ ਕਿ ਪੰਡਿਤ 7-8 ਦਿਨ ਇਸੇ ਤਰ੍ਹਾਂ ਪੂਜਾ ਅਤੇ ਪ੍ਰਾਰਥਨਾ ਵਿੱਚ ਲੱਗੇ ਰਹੇ। ਉਹਨਾਂ ਅੰਨ ਜਲ ਕੁਝ ਵੀ ਪਾਨ ਨਹੀਂ ਕੀਤਾ ਸੀ। 8ਵਾਂ ਦਿਨ ਬੀਤਣ ਵਾਲਾ ਸੀ ਕਿ ਥੱਲਿਓਂ ਕੁਝ ਹੋਰ ਪੰਡਿਤ ਵੀ ਪੁੱਜ ਗਏ। ਉੱਧਰੋਂ ਉੱਪਰਲੇ ਪੰਡਤਾਂ ਨੇ ਕੁਝ ਸੁਣਿਆ, ਜਿਸ ਨੂੰ ਉਹ ਆਕਾਸ਼ਬਾਣੀ ਸਮਝੇ। ਉਹ ਆਵਾਜ਼ ਸੀ, ਇਸ ਕਲਯੁਗ ਦੇ ਸਮੇਂ ਵਿੱਚ ਪੰਡਿਤ ਲੋਗੋ, ਤੁਹਾਡੀ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਹੋਰ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ। ਕਲਯੁਗ ਦੇ ਉਧਾਰ ਲਈ ਪ੍ਰਭੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਇਸ ਸੰਸਾਰ 'ਤੇ ਭੇਜਿਆ ਹੋਇਆ ਹੈ। ਉਹਨਾਂ ਕੋਲ ਜਾਓ। ਤੁਹਾਡੀ ਰੱਖਿਆ ਕਰਨ ਦੀ ਇਸ ਸਮੇਂ ਸਮਰੱਥਾ ਕੇਵਲ ਉਹਨਾਂ ਵਿੱਚ ਹੀ ਹੈ। ਹੋਰ ਕਿਸੇ ਦੇਵੀ ਦੇਵਤੇ ਨੇ ਤੁਹਾਡੀ ਰੱਖਿਆ ਨਹੀਂ ਕਰਨੀ, ਕਿਉਂਕਿ ਉਹਨਾਂ ਦਾ ਸਮਾਂ ਨਹੀਂ, ਉਹਨਾਂ ਦੇ ਸਮੇਂ ਗੁਜ਼ਰ ਚੁੱਕੇ ਹਨ ਅਤੇ ਕਲਯੁਗ ਵਿੱਚ ਤਾਂ ਕੇਵਲ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ 'ਤੇ ਚੱਲਣ ਨਾਲ ਹੀ ਤੁਹਾਡਾ ਭਲਾ ਹੋਵੇਗਾ। ਆਵਾਜ਼ ਤਾਂ ਸੁਣੀ ਗਈ ਸੀ, ਪਰ ਕਿਸੇ ਨੂੰ ਠੀਕ ਸਮਝ ਨਹੀਂ ਸੀ ਕਿ ਹੁਣ ਕੀ ਕੀਤਾ ਜਾਏ। ਉਹ ਸਮਝਦੇ ਸੀ ਕਿ ਗੁਰੂ ਨਾਨਕ ਦੇਵ ਜੀ ਹੋਏ ਤਾਂ ਜ਼ਰੂਰ ਹਨ, ਪਰ ਇਸ ਸਮੇਂ ਤਾਂ ਉਹ ਆਪ ਹੈ ਨਹੀਂ। ਉਹ ਇਹ ਸੋਚ ਰਹੇ ਸਨ ਕਿ ਹੋਰ ਪੰਡਿਤ ਜੋ ਥੱਲਿਓਂ ਉੱਪਰ ਪੁੱਜੇ ਸਨ, ਉਹਨਾਂ ਨੂੰ 1-2 ਸਿੱਖਾਂ ਨੇ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦਾ ਪਤਾ ਦੇ ਕੇ ਕਿਹਾ ਸੀ ਕਿ ਜੇ ਬਚਣਾ ਹੈ ਤਾਂ ਗੁਰੂ ਘਰ ਦੀ ਸ਼ਰਨ ਲਓ। ਜੇ ਉੱਪਰਲੇ 8 ਦਿਨ ਭੁੱਖੇ ਰਹਿ ਕੇ ਤਪ ਕਰਨ ਵਾਲੇ ਪੰਡਤਾਂ ਦੀ ਅਤੇ ਇਹਨਾਂ ਥੱਲਿਓਂ ਗਏ ਪੰਡਤਾਂ ਦੀ ਗੱਲ ਰਲ ਗਈ, ਸਾਰੇ ਉੱਤੋਂ ਗੁਫਾ ਵਿੱਚੋਂ ਥੱਲੇ ਪੁੱਜੇ ਅਤੇ ਫਿਰ ਤਿਆਰ ਹੋ ਕੇ ਅਨੰਦਪੁਰ ਸਾਹਿਬ ਨੂੰ ਤੁਰ ਪਏ।